ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀ, ਅੱਜ ਆਪਾਂ ਸਾਕਾ ਨਨਕਾਣਾ ਸਾਹਿਬ ਦੇ ਉੱਪਰ ਵਿਚਾਰ ਕਰਾਂਗੇ। ਸੋ ਇਹ ਜੋ ਆਪਾਂ ਵਿਚਾਰ ਕਰਨੀ ਹੈ ਇਹ ਵਿਸਤਾਰ ਪੂਰਵਕ ਹੈ, ਮਤਲਬ ਬਹੁਤਾ ਵਿਸਤਾਰ ਪੂਰਵਕ ਨਹੀਂ। ਡੇਟਾਂ ਤਰੀਕਾਂ ਦੇ ਹਿਸਾਬ ਨਾਲ ਦੇ ਕੇ ਡੇਟਸ ਲਿਖੀਆਂ ਹੋਈਆਂ, ਉਹਦੇ ਮੁਤਾਬਕ ਕਿੰਨੀ ਤਰੀਕ ਨੂੰ ਕੀ ਹੋਇਆ ਉਸ ਦੇ ਮੁਤਾਬਕ ਉਸ ਤਰੀਕੇ ਦੇ ਨਾਲ ਆਪਾਂ ਡਿਟੇਲ ਨਾਲ ਇਹ ਨਨਕਾਣਾ ਸਾਹਿਬ ਸਾਕਾ ਦੇ ਉੱਪਰ ਵਿਚਾਰ ਕਰਾਂਗੇ। ਇਹ ਜੋ ਆਪਾਂ ਵਿਚਾਰ ਕਰਨ ਲੱਗੇ ਹਾਂ ਨਾ, ਇਹ ਸ਼੍ਰੋਮਣੀ ਕਮੇਟੀ ਦਾ ਜੋ ਰਸਾਲਾ, ਮਾਸਿਕ ਰਸਾਲਾ ਛਪਦਾ ਹੁੰਦਾ ਸੀ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਾਸਿਕ ਰਸਾਲਾ ਗੁਰਮਤਿ ਪ੍ਰਕਾਸ਼, ਜੋ ਫਰਵਰੀ ਮਹੀਨੇ ਦਾ ਛਪਿਆ ਹੋਇਆ, ਉਸ ਦੇ ਮੁਤਾਬਕ ਆਪਾਂ ਗੱਲ ਕਰਨੀ ਆ। ਇਸ ਮਾਸਿਕ ਰਸਾਲੇ ਦਾ ਸਾਲ ਤਾਂ ਮੈਨੂੰ ਚੰਗੀ ਤਰ੍ਹਾਂ ਯਾਦ ਨਹੀਂ ਹੈ, ਪਰ ਆਪ ਜੀ ਸੰਨ 1995 ਤੋਂ ਲੈ ਕੇ ਸੰਨ 2000 ਤੱਕ ਦਾ ਕੋਈ ਵੀ ਫਰਵਰੀ ਮਾਸਿਕ ਰਸਾਲਾ ਦੇਖ ਸਕਦੇ ਹਾਂ, ਸ਼੍ਰੋਮਣੀ ਕਮੇਟੀ ਦਾ ਛਪਿਆ ਹੋਇਆ ਗੁਰਮਤਿ ਪ੍ਰਕਾਸ਼। ਸੋ ਉਸ ਦੇ ਮੁਤਾਬਕ ਆਪਾਂ ਅੱਜ ਸਾਕਾ ਨਨਕਾਣਾ ਸਾਹਿਬ ਦੇ ਉੱਪਰ ਡਿਟੇਲ ਦੇ ਨਾਲ ਵਿਸਥਾਰ ਪੂਰਵਕ ਵਿਚਾਰ ਕਰਾਂਗੇ। ਸੋ ਸਤਿਗੁਰਾਂ ਜੀ ਦੀ ਪਾਵਨ ਬਾਣੀ ਦਾ ਬਚਨ ਹੈ, ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ, ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾਡੈ ਖੇਤ। ਇਹ ਪਾਵਨ ਬਚਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਮਾਰੂ ਰਾਗ ਦੇ ਅੰਦਰ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ। ਸੋ ਇਹ ਪੰਕਤੀਆਂ ਦੱਸਦੀਆਂ ਹਨ ਕਿ ਮਨੁੱਖ ਉਹ ਹੀ ਸੂਰਮਾ ਹੈ, ਉਸ ਨੂੰ ਹੀ ਸੂਰਮਾ ਕਹਿ ਸਕਦੇ ਹਾਂ ਅਸੀਂ। ਉਸ ਨੂੰ ਹੀ ਸੂਰਮਾ ਜਾਣੋ ਜੋ ਆਪਣੇ ਈਮਾਨ ਅਤੇ ਧਰਮ ਦੇ ਖਾਤਰ ਲੜਦਾ ਹੈ, ਆਪਣੇ ਈਮਾਨ ਅਤੇ ਧਰਮ ਨੂੰ ਬਚਾਉਣ ਵਾਸਤੇ, ਉਸ ਦੀ ਰੱਖਿਆ ਵਾਸਤੇ ਡਟ ਕੇ ਖੜਾ ਹੋ ਜਾਂਦਾ। ਪੁਰਜਾ ਪੁਰਜਾ ਭਾਵੇਂ ਕੱਟਿਆ ਜਾਵੇ, ਬੰਦ ਭਾਵੇਂ ਉਹਦਾ ਕੱਟਿਆ ਜਾਵੇ, ਪਰ ਉਹ ਕਦੇ ਵੀ ਆਪਦੇ ਇਰਾਦਿਆਂ ਤੋਂ ਪਿੱਛੇ ਨਹੀਂ ਹਟਦਾ। ਕਬਹੂ ਨਾ ਛਾਡੈ ਖੇਤ, ਖੇਤ ਦਾ ਮਤਲਬ ਜਿੱਥੇ ਖੜ ਗਏ, ਜਿਸ ਇਰਾਦੇ ਉੱਤੇ ਡਟ ਗਏ, ਉਸ ਤੋਂ ਪਿੱਛੇ ਨਹੀਂ ਹਟਦਾ। ਸੋ ਇਸ ਤਰ੍ਹਾਂ ਜਿਵੇਂ ਇਸ ਸਾਕੇ ਨਨਕਾਣਾ ਸਾਹਿਬ ਦੇ ਵਿੱਚ ਭਾਈ ਲਛਮਣ ਸਿੰਘ ਹੋਣਾ ਨੂੰ ਤੇਲ ਪਾ ਕੇ ਸਾੜਿਆ ਗਿਆ ਸੀਗਾ, ਪਰ ਉਹਨਾਂ ਨੇ ਉਸ ਮੋਰਚੇ ਤੋਂ ਪਿੱਛੇ ਹਟਣਾ ਨਾ ਕੀਤਾ। ਸੋ ਆਓ ਆਪਾਂ ਵਿਚਾਰ ਕਰਦੇ ਹਾਂ ਸਾਧ ਸੰਗਤ ਜੀ। ਨਨਕਾਣਾ ਸਾਹਿਬ ਦੇ ਇਸ ਬਿਉਰੇ ਵਿੱਚ ਆਪਾਂ ਈਸਵੀ ਸੰਨ ਦੀਆਂ ਤਰੀਕਾਂ ਅਤੇ ਸਾਲਾਂ ਦੇ ਹਿਸਾਬ ਨਾਲ ਸਾਰੇ ਹਾਦਸਿਆਂ ਦਾ ਵਿਚਾਰ ਕਰਾਂਗੇ। ਜਿਵੇਂ ਸੰਨ 1859, 1859, ਸੰਨ 1859 ਵਿੱਚ ਨਨਕਾਣਾ ਸਾਹਿਬ ਦੀ ਸੇਵਾ ਸੰਭਾਲ ਅੰਗਰੇਜ਼ਾਂ ਦੇ ਰਾਹੀਂ ਉਦਾਸੀ ਮਹੰਤਾਂ ਕੋਲ ਆਈ ਸੀ। ਇਸ ਸੇਵਾ ਸੰਭਾਲ ਦਾ ਪਹਿਲਾ ਮੁਖੀ ਮਹੰਤ ਕਿਸ਼ਨਦਾਸ ਸੀ। ਪਹਿਲਾਂ ਜੋ ਗੁਰੂ ਘਰਾਂ ਦੀ ਸੇਵਾ ਸਿੱਖ ਪਰੰਪਰਾਵਾਂ ਦੇ ਅਨੁਸਾਰ ਕੀਤੀ ਜਾਂਦੀ ਸੀ, ਸਿੱਖ ਹੀ ਸੇਵਾ ਸੰਭਾਲ ਕਰਦੇ ਸਨ। ਪਰ ਜਦੋਂ ਸਾਡੇ ਦੇਸ਼ ਦੇ ਵਿੱਚ ਗੋਰਿਆਂ ਦਾ ਆਗਮਨ ਹੋਇਆ ਅਤੇ ਗੋਰਿਆਂ ਨੇ ਪੰਜਾਬ ਦੇ ਵਿੱਚ ਕਬਜ਼ਾ ਕਰ ਲਿਆ ਸਿੱਖ ਰਾਜ ਤੋਂ ਬਾਅਦ, ਉਸ ਤੋਂ ਬਾਅਦ ਉਹਨਾਂ ਨੇ ਫਿਰ ਆਪਣੇ ਵਿਕਾਊ ਬੰਦਿਆਂ ਨੂੰ ਇਹ ਸੇਵਾ ਸੌਂਪਤੀ, ਗੁਰਦੁਆਰਿਆਂ ਦੀ ਸੇਵਾ ਸੰਭਾਲ ਗੁਰਸਿੱਖਾਂ ਕੋਲ ਖੋਹ ਕੇ ਉਦਾਸੀ ਮਹੰਤਾਂ ਨੂੰ ਦੇ ਦਿੱਤੀ 1859 ਦੇ ਵਿੱਚ। ਸੋ ਇਸ ਅੰਗਰੇਜ਼ਾਂ ਵੱਲੋਂ ਦਿੱਤੀ ਹੋਈ ਸੇਵਾ ਸੰਭਾਲ ਦਾ ਪਹਿਲਾ ਮੁਖੀ ਮਹੰਤ ਕਿਸ਼ਨਦਾਸ ਸੀ ਅਤੇ ਉਸ ਤੋਂ ਬਾਅਦ ਨਾਰਾਇਣ ਦਾਸ ਮਹੰਤ ਬਣਿਆ। ਸੰਨ 1917 ਵਿੱਚ 1917 ਵਿੱਚ
ਮਹੰਤ ਨਾਰਾਇਣ ਦਾਸ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਕੰਜਰੀਆਂ ਦਾ ਨਾਚ ਕਰਾਇਆ ਗਿਆ। ਸੰਨ 1917 ਦੇ ਵਿੱਚ ਮਹੰਤ ਨਾਰਾਇਣ ਦਾਸ ਵੱਲੋਂ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਕੰਜਰੀਆਂ ਦਾ ਨਾਚ ਕਰਾਇਆ ਗਿਆ। ਅੱਗੇ ਸੰਨ 1918 ਵਿੱਚ ਇੱਕ ਸਿੰਧੀ ਅਫਸਰ ਜੋ AFC ਦੇ ਇੱਕ ਸਰਕਾਰੀ ਅਹੁਦੇ ਤੋਂ ਰਿਟਾਇਰ ਹੋਇਆ ਸੀ, ਉਸ ਦੀ 16 ਸਾਲ ਦੀ ਲੜਕੀ ਦਾ ਗੁਰਦੁਆਰਾ ਨਨਕਾਣਾ ਸਾਹਿਬ ਵਿੱਚ ਬਲਾਤਕਾਰ ਹੋਇਆ। AFC ਸਰਕਾਰੀ ਅਹੁਦੇ ਤੋਂ ਰਿਟਾਇਰ ਹੋਇਆ ਅਫਸਰ ਜੋ ਸਿੰਧੀ ਸੀ, ਉਹ ਆਪਣੇ ਪਰਿਵਾਰ ਸਮੇਤ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਵਾਸਤੇ ਆਇਆ ਸੀ ਅਤੇ ਉਹ ਇੱਥੇ ਹੀ ਰਾਤ ਠਹਿਰ ਗਿਆ। ਨਾਰਾਇਣ ਦਾਸ ਦੇ ਚੇਲਿਆਂ ਨੇ ਰਾਤ ਵੇਲੇ ਕਮਰੇ ਵਿੱਚੋਂ ਕੁੜੀ ਨੂੰ ਚੁੱਕ ਕੇ ਰਾਤ ਭਰ ਉਸ ਦੇ ਨਾਲ ਬਲਾਤਕਾਰ ਕੀਤਾ। ਉਹ ਸਿੰਧੀ ਅਫਸਰ ਰਾਤ ਭਰ ਰੋਂਦਾ ਕਰਲਾਉਂਦਾ ਰਿਹਾ, ਪਰ ਉਸ ਦੀ ਕਿਸੇ ਨੇ ਇੱਕ ਨਾ ਸੁਣੀ। ਦੂਜੇ ਦਿਨ ਸਵੇਰੇ ਵੇਲੇ ਉਸ ਨੂੰ ਉਸ ਦੀ ਅਧਮਰੀ ਲੜਕੀ ਵਾਪਸ ਕਰ ਦਿੱਤੀ। ਮਹੰਤ ਵੱਲੋਂ ਧਮਕੀ ਵੀ ਦਿੱਤੀ ਗਈ ਕਿ ਜੇ ਰੌਲਾ ਪਾਇਆ ਤਾਂ ਅਸੀਂ ਤੇਰੀ ਕੁੜੀ ਨੂੰ ਫੇਰ ਚੁੱਕ ਲਿਆਵਾਂਗੇ। ਇਹ ਗੱਲ 1918 ਦੀ ਹੈ। ਫਿਰ 1918 ਵਿੱਚ ਹੀ ਮਹੰਤ ਨਾਰਾਇਣ ਦਾਸ ਦੇ ਗੁੰਡਿਆਂ ਵੱਲੋਂ ਪਿੰਡ ਜੜ੍ਹਾਂਵਾਲਾ ਸ਼ੇਖੂਪੁਰਾ ਵਿੱਚੋਂ ਕੁਝ ਔਰਤਾਂ ਨੂੰ ਅਗਵਾ ਕਰਕੇ ਗੁਰਦੁਆਰਾ ਨਨਕਾਣਾ ਸਾਹਿਬ ਵਿਖੇ ਲਿਆਂਦਾ ਗਿਆ। ਇੱਥੇ ਮਹੰਤ ਨਾਰਾਇਣ ਦਾਸ ਨੇ ਅਤੇ ਉਸ ਦੇ ਗੁੰਡਿਆਂ ਨੇ ਵਾਰੀ-ਵਾਰੀ ਉਹਨਾਂ ਔਰਤਾਂ ਦੇ ਨਾਲ ਬਲਾਤਕਾਰ ਕੀਤਾ। ਫਿਰ ਅੱਗੇ ਸੰਨ 1920 ਅਕਤੂਬਰ 1920 ਵਿੱਚ ਪਿੰਡ ਧਾਰੋਵਾਲ ਸ਼ੇਖੂਪੁਰਾ ਵਿੱਚ ਇੱਕ ਧਾਰਮਿਕ ਦੀਵਾਨ ਸਜਾਇਆ ਗਿਆ। ਸੰਨ 1920 ਅਕਤੂਬਰ ਵਿੱਚ ਪਿੰਡ ਧਾਰੋਵਾਲ ਸ਼ੇਖੂਪੁਰਾ ਵਿੱਚ ਇੱਕ ਧਾਰਮਿਕ ਦੀਵਾਨ ਸਜਾਇਆ ਗਿਆ। ਇਸ ਦੀਵਾਨ ਵਿੱਚ ਕੌਮ ਦੇ ਹਮਦਰਦੀ ਸਿੱਖ ਆਪਣੀਆਂ ਜਥੇਬੰਦੀਆਂ ਸਮੇਤ ਹਾਜ਼ਰ ਹੋਏ ਸਨ ਅਤੇ ਔਰਤਾਂ ਦੀਆਂ ਅਗਵਾ ਕਰਨ ਵਾਲੀਆਂ ਵਾਰਦਾਤਾਂ ਉੱਤੇ ਮਹੰਤ ਨਾਰਾਇਣ ਦਾਸ ਦੀ ਬੁਰਸ਼ਾਗਰਦੀ ਉੱਤੇ ਕੁਝ ਗੁਰਮਤੇ ਪਾਸ ਕੀਤੇ ਗਏ। ਫਿਰ ਸੰਨ 1920 ਅਕਤੂਬਰ ਵਿੱਚ ਹੀ ਮਹੰਤ ਨਾਰਾਇਣ ਦਾਸ ਨੇ ਬਾਹਰੋਂ 500 ਗੁੰਡੇ ਬੁਲਾ ਕੇ ਆਉਣ ਵਾਲੇ ਖਤਰੇ ਤੋਂ ਬਚਣ ਲਈ ਅਗਲੀ ਵਿਉਂਤਬੰਦੀ ਕੀਤੀ। ਫਿਰ ਸੰਨ 1921 ਜਨਵਰੀ 23 ਜਨਵਰੀ ਸੰਨ 1921 ਨੂੰ ਅਤੇ 6 ਫਰਵਰੀ ਨੂੰ ਸਿੱਖਾਂ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ ਉੱਤੇ ਮੀਟਿੰਗ ਕਰਕੇ ਇੱਕ 5 ਮੈਂਬਰੀ ਕਮੇਟੀ ਬਣਾਈ ਗਈ, ਜਿਸ ਵਿੱਚ ਲਛਮਣ ਸਿੰਘ ਧਾਰੋਵਾਲ, ਦਲੀਪ ਸਿੰਘ, ਤੇਜਾ ਸਿੰਘ ਸਮੁੰਦਰੀ, ਕਰਤਾਰ ਸਿੰਘ ਝੱਬਰ ਅਤੇ ਬਖਸ਼ੀਸ਼ ਸਿੰਘ ਮੈਂਬਰ ਸਨ। ਜਿੱਥੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੋਂਦ ਵਿੱਚ ਆਈ। ਇਹ ਜੋ 5 ਬੰਦੇ ਸਨ, ਸ਼੍ਰੋਮਣੀ ਕਮੇਟੀ ਜਦੋਂ ਪਹਿਲੀ ਵਾਰ ਬਣੀ ਸੀ, ਇਹ ਪਹਿਲੇ 5 ਮੈਂਬਰ ਹਨ ਸ਼੍ਰੋਮਣੀ ਕਮੇਟੀ ਦੇ, ਤੇ ਪਹਿਲੀ ਵਾਰ ਸ਼੍ਰੋਮਣੀ ਕਮੇਟੀ ਬਣੀ 23 ਜਨਵਰੀ 1921 ਵਿੱਚ, ਤੇ 1921 ਵਿੱਚ ਫਰਵਰੀ ਨੂੰ ਇਸ ਦਾ ਐਲਾਨ ਕੀਤਾ ਗਿਆ। ਤੇ ਇਸ ਦੇ ਵਿੱਚ ਇਹ 5 ਮੈਂਬਰ ਪਹਿਲੇ ਮੈਂਬਰ ਸਨ, ਲਛਮਣ ਸਿੰਘ ਧਾਰੋਵਾਲ, ਦਲੀਪ ਸਿੰਘ, ਤੇਜਾ ਸਿੰਘ ਸਮੁੰਦਰੀ, ਕਰਤਾਰ ਸਿੰਘ ਝੱਬਰ, ਬਖਸ਼ੀਸ਼ ਸਿੰਘ। ਫਿਰ ਅੱਗੇ ਸੰਨ 1921 7 ਫਰਵਰੀ 1921 ਨੂੰ ਲਾਹੌਰ ਵਿੱਚ ਮਹੰਤ ਨਾਰਾਇਣ ਦਾਸ ਨੇ ਬਾਬਾ ਕਰਤਾਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ। ਮਹੰਤ ਨਾਰਾਇਣ ਦਾਸ ਨੇ
7 ਫਰਵਰੀ 1921 ਨੂੰ ਬਾਬਾ ਕਰਤਾਰ ਸਿੰਘ ਦੀ ਪ੍ਰਧਾਨਗੀ ਹੇਠ ਇੱਕ ਮੀਟਿੰਗ ਕੀਤੀ, ਜਿਸ ਵਿੱਚ ਮਤਾ ਪਾਸ ਕਰਕੇ ਗੁੰਡਿਆਂ ਦਾ ਇੱਕ ਭਾਰੀ ਗਿਰੋਹ ਆਪਣੇ ਕਬਜ਼ੇ ਵਿੱਚ ਕਰ ਲਿਆ ਗਿਆ। 14 ਪੀਪੇ ਮਿੱਟੀ ਦੇ ਤੇਲ ਦੇ ਅਤੇ 50 ਮਣ ਲੱਕੜਾਂ ਦਾ ਇੰਤਜ਼ਾਮ ਕੀਤਾ ਗਿਆ। ਇਹ ਡਿਟੇਲ ਗੁਰਮਤਿ ਪ੍ਰਕਾਸ਼ ਦੇ ਮੁਤਾਬਕ ਆਪਾਂ ਸੁਣ ਰਹੇ ਹਾਂ। ਫਿਰ 19 ਫਰਵਰੀ 1921 ਨੂੰ ਜਥੇਦਾਰ ਲਛਮਣ ਸਿੰਘ ਧਾਰੋਵਾਲ ਆਪਣੇ ਸ਼ਹੀਦੀ ਸਿੰਘਾਂ ਦਾ ਜਥਾ ਲੈ ਕੇ ਗੁਰਦੁਆਰਾ ਨਨਕਾਣਾ ਸਾਹਿਬ ਵੱਲ ਨੂੰ ਚੱਲ ਪਏ। 19 ਫਰਵਰੀ 1921 ਨੂੰ ਜਥੇਦਾਰ ਲਛਮਣ ਸਿੰਘ ਧਾਰੋਵਾਲ ਆਪਣੇ ਸ਼ਹੀਦੀ ਸਿੰਘਾਂ ਦਾ ਜਥਾ ਲੈ ਕੇ ਨਨਕਾਣਾ ਸਾਹਿਬ ਵੱਲ ਚੱਲ ਪਏ, ਕਿਉਂਕਿ ਨਨਕਾਣਾ ਸਾਹਿਬ ਨੂੰ ਆਜ਼ਾਦ ਕਰਨ ਦਾ ਮੋਰਚਾ ਲੱਗਿਆ ਹੋਇਆ ਸੀ ਉਸ ਟਾਈਮ 'ਤੇ। ਸੋ ਇਹ ਆਪਣਾ ਜਥਾ ਲੈ ਕੇ ਨਨਕਾਣਾ ਸਾਹਿਬ ਵੱਲ ਨੂੰ ਚੱਲ ਪਏ। ਅੱਗੇ ਫਿਰ 20 ਫਰਵਰੀ 1921 ਨੂੰ ਯਾਨੀ ਨੈਕਸਟ ਡੇ ਇਹ ਸ਼ਹੀਦੀ ਸਾਕਾ ਹੋਇਆ, ਜਿਹੜਾ ਆਪਾਂ 19, 20, 21 ਫਰਵਰੀ ਦਾ ਸ਼ਹੀਦੀ ਸਾਕਾ ਮਨਾਉਂਦੇ ਹਾਂ ਹਰ ਸਾਲ ਨਨਕਾਣਾ ਸਾਹਿਬ ਦਾ। ਸੋ ਨੈਕਸਟ ਡੇ 20 ਫਰਵਰੀ 1921 ਨੂੰ ਇਹ ਸ਼ਹੀਦੀ ਸਾਕਾ ਹੋਇਆ, ਜਦੋਂ ਲਛਮਣ ਸਿੰਘ ਆਪਣਾ ਜਥਾ ਲੈ ਕੇ ਗੁਰਦੁਆਰਾ ਨਨਕਾਣਾ ਸਾਹਿਬ ਅੰਦਰ ਦਾਖਲ ਹੋਏ ਅਤੇ ਗੁਰਬਾਣੀ ਦਾ ਕੀਰਤਨ ਕਰਨ ਲੱਗੇ ਤਾਂ ਮਹੰਤ ਨਾਰਾਇਣ ਦਾਸ ਦੇ ਹਰੀਦਾਸ ਜੋਗੀ, ਗੁਰਦਾਸ, ਲੱਦਾ ਅਤੇ ਰਾਂਝੇ ਵਰਗੇ ਗੁੰਡਿਆਂ ਨੇ ਸ਼ਰੇਆਮ ਕਤਲੇਆਮ ਸ਼ੁਰੂ ਕਰ ਦਿੱਤੀ। ਕਈ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਅਤੇ ਕਈ ਸਿੱਖਾਂ ਦੇ ਤਲਵਾਰਾਂ ਨਾਲ ਟੋਟੇ ਟੋਟੇ ਕਰ ਦਿੱਤੇ। ਕਈ ਸਿੱਖਾਂ ਨੂੰ ਤੇਲ ਪਾ ਕੇ ਸਾੜਿਆ ਗਿਆ। ਭਾਈ ਲਛਮਣ ਸਿੰਘ ਵਰਗਿਆਂ ਨੂੰ ਜੰਡ ਦੇ ਨਾਲ ਪੁੱਠਾ ਲਟਕਾ ਕੇ ਅਤੇ ਮਿੱਟੀ ਦਾ ਤੇਲ ਪਾ ਕੇ ਸਾੜਿਆ ਗਿਆ। ਉਸੇ ਦਿਨ ਸ਼ਾਮ ਨੂੰ ਯਾਨੀ ਕਿ 20 ਫਰਵਰੀ 1921 ਸ਼ਾਮ ਨੂੰ 20 ਫਰਵਰੀ ਨੂੰ ਸ਼ਾਮ ਨੂੰ ਸਰਦਾਰ ਉੱਤਮ ਸਿੰਘ ਕਾਰਖਾਨੇ ਵਾਲੇ ਨੇ ਡਾਕ ਤਾਰਾਂ ਰਾਹੀਂ 5 ਮੈਂਬਰੀ ਕਮੇਟੀ ਨੂੰ ਸ਼ਹੀਦੀ ਸਾਕੇ ਦੀਆਂ ਸਾਰੀਆਂ ਖਬਰਾਂ ਦੇ ਦਿੱਤੀਆਂ। ਇਸ ਤੋਂ ਬਾਅਦ 5 ਅਪ੍ਰੈਲ ਤੋਂ 15 ਨਵੰਬਰ 1921 ਵਿੱਚ 5 ਅਪ੍ਰੈਲ ਤੋਂ 15 ਨਵੰਬਰ ਤੱਕ 5 ਮੈਂਬਰੀ ਕਮੇਟੀ ਅਤੇ ਅਕਾਲੀ ਜਥਿਆਂ ਵੱਲੋਂ ਕਾਲੀਆਂ ਦਸਤਾਰਾਂ ਬੰਨ੍ਹਣ ਦਾ ਅਤੇ ਕਾਲੇ ਗਾਤਰੇ ਪਾਉਣ ਦਾ ਮਤਾ ਪਾਸ ਕੀਤਾ ਗਿਆ। ਇਹ ਜਿਹੜੀ ਕਾਲੀ ਦਸਤਾਰ ਬੰਨ੍ਹਣ ਦਾ ਫਿਰ ਅਕਾਲੀਆਂ ਦੇ ਵਿੱਚ ਰਿਵਾਜ਼ ਚੱਲਿਆ ਸੀ, ਉਸ ਦਿਨ ਤੋਂ ਚੱਲਿਆ 1921 ਤੋਂ। ਉਦੋਂ ਇਹ ਰੋਸ ਵਜੋਂ ਕਾਲੀਆਂ ਦਸਤਾਰਾਂ ਅਤੇ ਸ੍ਰੀ ਸਾਹਿਬਾਂ ਦੇ ਕਾਲੇ ਗਾਤਰੇ ਬਣਾਏ ਗਏ, ਪਹਿਨੇ ਗਏ ਸਿੱਖਾਂ ਵੱਲੋਂ ਨਨਕਾਣਾ ਸਾਹਿਬ ਦੇ ਸੋਗ ਦੇ ਵਿੱਚ, ਵਿਰੋਧ ਦੇ ਵਿੱਚ। ਫਿਰ ਅੱਗੇ 1921 ਵਿੱਚ ਹੀ 15 ਅਪ੍ਰੈਲ ਨੂੰ ਸੈਸ਼ਨ ਕੋਰਟ ਨੇ ਨਨਕਾਣਾ ਸਾਹਿਬ ਦੇ ਕਾਤਲਾਂ ਨੂੰ ਸਜ਼ਾ ਸੁਣਾਈ, ਜਿਸ ਵਿੱਚ 8 ਬੰਦਿਆਂ ਨੂੰ ਸਜ਼ਾਏ ਮੌਤ ਦਿੱਤੀ ਗਈ ਅਤੇ 8 ਬੰਦਿਆਂ ਨੂੰ ਉਮਰ ਕੈਦ ਦੀ ਸਜ਼ਾ ਹੋਈ। ਮਹੰਤ ਨਾਰਾਇਣ ਦਾਸ ਨੂੰ ਸਜ਼ਾਏ ਮੌਤ ਮਾਫ਼ ਕਰਕੇ ਉਮਰ ਕੈਦ ਦੀ ਸਜ਼ਾ ਸੁਣਾਈ ਗਈ। 3 ਬੰਦਿਆਂ ਨੂੰ ਮੌਕੇ ਉੱਤੇ ਹੀ ਫਾਹੇ ਲਾਇਆ ਗਿਆ। ਫਿਰ ਅੱਗੇ ਸੰਨ 1922 3 ਮਾਰਚ ਸੰਨ 1922 ਨੂੰ ਇਸ ਕਤਲੋਗਾਰਤ ਵਿੱਚ ਸ਼ਾਮਲ ਬਾਕੀ ਸਾਰੇ ਬੰਦਿਆਂ ਨੂੰ ਬਰੀ ਕਰ ਦਿੱਤਾ। ਸਾਧ ਸੰਗਤ ਜੀ, ਜਦੋਂ ਮਹੰਤ ਨਾਰਾਇਣ ਦਾਸ ਉਮਰ ਕੈਦ ਦੀ ਸਜ਼ਾ ਕੱਟ ਕੇ ਬਾਹਰ ਆਇਆ ਤਾਂ ਉਸ ਵੇਲੇ ਵੀ ਅੰਗਰੇਜ਼ ਸਰਕਾਰ ਉਸ ਦੀ ਪਿੱਠ ਪਿੱਛੇ ਖੜੀ ਸੀ। ਜਦੋਂ ਮਹੰਤ ਨਾਰਾਇਣ ਦਾਸ ਆਪਣੀ ਉਮਰ ਕੈਦ ਦੀ ਸਜ਼ਾ ਕੱਟ ਕੇ ਬਾਹਰ ਆਇਆ ਤਾਂ ਉਸ ਵੇਲੇ ਵੀ ਅੰਗਰੇਜ਼ੀ ਸਰਕਾਰ ਉਸ ਦੀ ਪਿੱਠ ਪਿੱਛੇ ਖੜੀ ਸੀ। ਮਹੰਤ ਨਾਰਾਇਣ ਦਾਸ ਸ਼ਰਾਬ ਦਾ ਰੱਜਿਆ ਹੋਇਆ ਆਪਣੀ ਘੋੜੀ ਉੱਤੇ ਚੜ੍ਹ ਕੇ ਘੁੰਮਦਾ ਫਿਰਦਾ ਸੀ ਅਤੇ ਸਿੱਖਾਂ ਅਤੇ ਅਕਾਲੀਆਂ ਨੂੰ ਸ਼ਰੇਆਮ ਗੰਦੀਆਂ ਗੰਦੀਆਂ ਗਾਲਾਂ ਕੱਢਦਾ ਹੁੰਦਾ ਸੀ।
ਇੱਕ ਦਿਨ ਉਹ ਸ਼ਰਾਬ ਦਾ ਰੱਜਿਆ ਹੋਇਆ ਘੋੜੀ ਉੱਤੇ ਚੜ੍ਹਿਆ ਜਾ ਰਿਹਾ ਸੀ ਤੇ ਗਾਲਾਂ ਵੀ ਕੱਢਦਾ ਜਾ ਰਿਹਾ ਸੀ। ਇੱਕ ਸਿੱਖ ਨੇ ਅਚਾਨਕ ਉਸ ਦੇ ਸਾਹਮਣੇ ਆ ਕੇ ਉਸ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ। ਸੋ ਉਸ ਸਿੱਖ ਦਾ ਨਾਮ ਤਾਂ ਮੈਨੂੰ ਯਾਦ ਨਹੀਂ ਹੈ, ਪਰ ਹੋ ਸਕਦਾ ਕਿ ਉਹ ਕਾਰਖਾਨੇ ਵਾਲੇ ਸਰਦਾਰ ਉੱਤਮ ਸਿੰਘ ਹੋਣ, ਪਰ ਹੋਰ ਵੀ ਕੋਈ ਹੋ ਸਕਦਾ। ਬਹੁਤ ਸਾਲ ਹੋ ਗਏ ਉਹ ਗਜਟ ਗੁਰਮਤਿ ਪ੍ਰਕਾਸ਼ ਪੜ੍ਹੇ ਨੂੰ। ਸੋ ਸਾਧ ਸੰਗਤ ਜੀ, ਇਹ ਸਾਕਾ ਨਨਕਾਣਾ ਸਾਹਿਬ ਦਾ ਜੋ ਅਸੀਂ ਡਿਟੇਲ ਬਿਓਰਾ ਸਰਵਣ ਕੀਤਾ, ਇਹ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਮਾਸਿਕ ਰਸਾਲਾ ਗੁਰਮਤਿ ਪ੍ਰਕਾਸ਼ ਜੋ ਫਰਵਰੀ ਵਿੱਚ ਛਪਿਆ ਸੀਗਾ, ਉਸ ਦੇ ਮੁਤਾਬਕ ਆਪ ਜੀ ਦੇ ਨਾਲ ਇਹ ਵਿਚਾਰ ਸਾਂਝੀ ਕੀਤੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।